ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਹੈ। ਦੋਸਤੋ, ਪ੍ਰੋਗਰਾਮ ਹੈ ਅੱਜ ਦੀ ਗੱਲ ਤੇ ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ 'ਚ ਅਸੀਂ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਉਹਨਾਂ ਦੇ ਪ੍ਰੋਗਰਾਮਾਂ ਬਾਰੇ ਚਰਚਾ ਕਰਦੇ ਹਾਂ ਤੇ ਅੱਜ ਅਸੀਂ ਉਸ ਬਜਟ ਬਾਰੇ ਚਰਚਾ ਕਰਾਂਗੇ ਜਿਹੜਾ ਪਰਸੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਹੋਰਾਂ ਨੇ ਪੇਸ਼ ਕੀਤਾ। ਅਸਲ 'ਚ ਬਜਟ ਤੇ ਅਸੀਂ ਬਹਿਸ ਪਰਸੋਂ ਦੇ ਪ੍ਰੋਗਰਾਮ 'ਚ ਹੀ ਕਰ ਚੁੱਕੇ ਹਾਂ, ਪਰ ਅੱਜ ਅਸੀਂ ਖੇਤੀਬਾੜੀ ਨੂੰ ਮੁੱਖ ਰੱਖਾਂਗੇ। ਅਸੀਂ ਅੱਜ ਦਾ ਇਹ ਵਿਸ਼ਾ ਵੀ ਇਹੀ ਰੱਖਿਆ, ਖੇਤੀ ਨੂੰ ਆਧੁਨਿਕਤਾ ਵੱਲ ਲਿਜਾਣ 'ਚ ਵਚਨਬੱਧਤਾ ਦਰਸਾਉਂਦਾ ਆਮ ਬਜਟ 2023। ਯਾਨੀ ਕਿ ਇਸ ਬਜਟ ਵਿੱਚ ਖੇਤੀ ਦੀ ਜਿਹੜੀ ਪ੍ਰੈਫਰੈਂਸ ਹੈ, ਖੇਤੀ ਨੂੰ ਕੀ ਅੱਗੇ ਮਿਲ ਰਿਹਾ ਹੈ, ਇਸ ਵੇਲੇ ਸਾਨੂੰ ਉਤਸ਼ਾਹਜਨਕ ਨਤੀਜੇ ਮਿਲ ਰਹੇ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਇਸ ਪ੍ਰੋਗਰਾਮ 'ਚ ਵੀ ਚਰਚਾ ਕਰਨ ਵਾਸਤੇ ਮੇਰੇ ਕੋਲ ਦੋ ਮਾਹਰ ਮਹਿਮਾਨ ਬੈਠੇ ਨੇ। ਆਓ ਉਹਨਾਂ ਨਾਲ ਮੁਲਾਕਾਤ ਕਰ ਲੈਣੇ। ਮੇਰੇ ਨਾਲ ਬੈਠੇ ਨੇ ਸਰਦਾਰ ਬਿਕਰਮਜੀਤ ਸਿੰਘ ਜੀ ਚੀਮਾ ਸਾਹਿਬ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਨੇ, ਉੱਘੇ ਕਿਸਾਨ ਆਗੂ ਵੀ ਨੇ। ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਮੇਰੇ ਦੂਜੇ ਮਹਿਮਾਨ ਨੇ ਜੀ ਸਰਦਾਰ ਤਰਸੇਮ ਸਿੰਘ, ਇਹ ਅਗਾਂਹ-ਵਧੂ ਕਿਸਾਨ ਨੇ, ਮਿਲਟਸ ਦੀ, ਮੋਟੇ ਅਨਾਜ ਦੀ ਜ਼ਿਆਦਾ ਖੇਤੀ ਕਰਦੇ ਆ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸੋ ਦੋਸਤੋ, ਇਸ ਪ੍ਰੋਗਰਾਮ ਦੀ ਸ਼ੁਰੂਆਤ ਹਾਲਾਂਕਿ ਮੈਂ ਸਵਾਲਾਂ ਤੋਂ ਕਰਨੀ ਸੀ, ਪਰ ਉਸ ਤੋਂ ਪਹਿਲਾਂ ਸਾਡੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰਾਂ ਨੇ ਬਜਟ ਪੇਸ਼ ਕਰਦਿਆਂ ਖੇਤੀ ਬਾਰੇ ਕੀ ਕਿਹਾ, ਆਓ ਜ਼ਰਾ ਦੇਖ ਲਈਏ। Digital public infrastructure for agriculture. Digital public infrastructure for agriculture will be built as an open source, open standard and interoperable public good. This will enable inclusive relevant information services for crop planning and health, improved access to farm inputs, credit and insurance, help for crop estimation, market intelligence, and support for growth of agri-tech industry and startups. An agriculture accelerator fund. An agriculture accelerator fund will be set up to encourage agri-startups by young entrepreneurs in rural areas. The fund will aim at bringing innovative and affordable solutions for challenges faced by farmers. It will also bring in modern technologies to transform agricultural practices, increase productivity and profitability. To enhance the productivity of extra long staple cotton, we will adopt a cluster-based and value chain approach through public-private partnerships. This collaboration between farmers, state and industry for input supplies, extension services and market linkages. We will launch an Atmanirbhar Clean Plant program to boost availability of disease-free, quality planting material for high-value horticultural crops at an outlay of 2,200 crores. ਜੀ ਦੋਸਤੋ, ਸਾਡੇ ਮਾਨਯੋਗ ਵਿੱਤ ਮੰਤਰੀ ਹੋਰਾਂ ਨੇ ਜਿਹੜੀ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਹੈ, ਮੈਂ ਹੁਣੇ ਟੀਵੀ ਤੇ ਦੇਖ ਰਿਹਾ ਸੀ, ਸਕਰੀਨ ਤੇ ਦੇਖ ਰਿਹਾ ਸੀ, ਕਿਸਾਨ सम्मान निधि वास्ते 2.2 लाख करोड़ रुपए इस बजट रखे गए, जी बहुत वड्डी रकम होंगी है तो जी सीधी साड़ी किसानी के हक च है, उन्होंने सहायता वास्ते है। सो चर्चा शुरू करते हैं। मैं सब तो पहला सवाल मेरा चीमा साहब है। चीमा साहब, आम बजट च खेती बारे तुहानूं की लगता कि किहड़े-किहड़े नवे ऐलान होए? देखो, सब तो पहला तो मैं दसना चाहुंदा कि जिस तरह बजट दे विच जदों मैं वेखना, क्योंकि मैं आप असी खुद भी किसान हाँ जी, 2014 ਤੋਂ ਪਹਿਲਾਂ ਇਹ ਸਰਕਾਰ ਆਉਣ ਤੋਂ ਪਹਿਲਾਂ ਜਿਹੜਾ ਬਜਟ ਪਹਿਲੀਆਂ ਸਰਕਾਰਾਂ ਬਣਾਉਂਦੀਆਂ ਸੀ, ਖੇਤੀ ਦੇ ਲਈ ਜਿਹੜਾ ਬਜਟ ਹੁੰਦਾ ਸੀ ਨਾਮ ਮਾਤਰ ਹੁੰਦਾ ਸੀ ਜੀ। ਤੁਸੀਂ ਵੇਖੋ 2013-14 ਦੇ ਵਿੱਚ ਟੋਟਲ ਬਜਟ ਜਿਹੜਾ ਖੇਤੀ ਦਾ ਸੀ 27,000 ਕਰੋੜ ਰੁਪਏ ਤੱਕ ਉਹ ਸੀਮਤ ਸੀਗਾ ਜੀ ਜੀ। ਪਰ ਅੱਜ ਜਦੋਂ ਮੋਦੀ ਜੀ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਦੇਸ਼ ਦੇ ਵਿੱਚ ਚੱਲ ਰਹੀ ਹੈ, ਖੇਤੀ ਨੂੰ ਉਹ ਕਿੰਨਾ ਧਿਆਨ ਦੇ ਰਹੇ ਹੈ ਕਿ ਅੱਜ ਜਿਹੜਾ ਖੇਤੀ ਦਾ ਬਜਟ ਹੈ 1,25,000 ਕਰੋੜ ਦਾ ਬਜਟ ਰੱਖਿਆ ਗਿਆ। ਇਸ ਬਜਟ ਦੇ ਵਿੱਚ ਖੇਤੀ ਦੇ ਲਈ ਇਹ ਬਜਟ ਰੱਖਿਆ ਗਿਆ, ਜਿਹੜੀ ਇੱਕ ਬੜੀ ਵੱਡੀ ਇਹ ਰਾਸ਼ੀ ਹੈ ਖੇਤੀ ਦੇ ਲਈ। ਔਰ ਇਹਦੇ ਨਾਲ ਜਿਹੜਾ
ਬਹੁਤ ਸਾਰੇ ਅਜਿਹੇ ਜਿਹੜੇ ਧੰਦੇ ਆ ਖੇਤੀ ਨਾਲ ਜੁੜੇ ਹੋਏ ਧੰਦੇ ਆ ਜੀ, ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਉਹਨਾਂ ਸਾਰੇ ਧੰਦਿਆਂ ਦੇ ਵਿੱਚ ਵੀ ਕਿਸ ਤਰ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਧੰਦਿਆਂ ਵੱਲ ਲਿਆਉਣਾ ਹੈ, ਉਹਦੇ ਲਈ ਵੀ ਸਰਕਾਰ ਨੇ ਇਸ ਬਜਟ ਦੇ ਵਿੱਚ ਪ੍ਰਬੰਧ ਕੀਤਾ ਗਿਆ। ਸੋ ਜੇ ਮੈਂ ਸੰਪੂਰਨ ਤੌਰ ਤੇ ਕਹਾਂ, ਇਹ ਬਜਟ ਜਿਹੜਾ ਹੈ ਕਿਸਾਨ ਦੇ ਲਈ, ਖੇਤੀ ਦੇ ਲਈ, ਉਸ ਨੂੰ ਉੱਚਾ ਚੁੱਕਣ ਦੇ ਲਈ ਇੱਕ ਅੱਛਾ ਬਜਟ ਸਰਕਾਰ ਨੇ, ਇੱਕ ਸੰਪੂਰਨ ਬਜਟ ਖੇਤੀ ਦੇ ਲਈ ਸਰਕਾਰ ਜਿਹੜੀ ਆ ਮੋਦੀ ਸਾਹਿਬ ਦੀ ਉਹ ਲੈ ਕੇ ਆਈ ਹੈ। ਤੁਹਾਡਾ ਕਹਿਣਾ ਮਤਲਬ ਕਿ ਜਿਹੜੀ ਖੇਤੀ ਹੈ ਉਹਦੇ ਨਾਲ ਜਿਹੜੇ ਸਹਾਇਕ ਧੰਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਸਿਰਫ ਖੇਤੀ ਤੇ ਨਿਰਭਰ ਨਾ ਲੋਕੀ ਰਹਿਣ, ਬਾਕੀ ਧੰਦੇ ਵੀ ਅਪਣਾਉਣ। ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਸਾਡੇ ਪਹਿਲਾਂ ਤੋਂ ਇਹ ਮੰਨਣਾ ਹੈ ਕਿ ਕੱਲੀ ਖੇਤੀ ਦੇ ਨਾਲ ਸਾਡਾ ਪੂਰਾ ਨਹੀਂ ਪੈਂਦਾ, ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ। ਉਸ ਦੇ ਨਾਲ ਸ਼ੁਰੂ ਤੋਂ ਹੀ ਅਸੀਂ ਇਹ ਗੱਲ ਦੀ ਹਾਮੀ ਭਰਦੇ ਆ ਰਹੇ ਹਾਂ ਕਿ ਜੇ ਕਿਸਾਨ ਨੂੰ ਸਫਲ ਕਰਨਾ ਹੈ ਤੇ ਉਹਦੇ ਨਾਲ ਖੇਤੀ ਦੇ ਨਾਲ ਜਿਹੜੇ ਸਹਾਇਕ ਧੰਦੇ ਆ, ਚਾਹੇ ਉਹ ਡੈਰੀ ਫਾਰਮ, ਪਸ਼ੂ ਪਾਲਣ ਹੋ ਗਿਆ, ਮੁਰਗੀ ਪਾਲਣ ਹੋ ਗਿਆ, ਮੱਛੀ ਪਾਲਣ ਹੋ ਗਿਆ, ਮੱਖੀਆਂ ਮਧੂ ਮੱਖੀਆਂ ਪਾਲਣ ਹੋ ਗਿਆ, ਮਧੂਮੱਖੀਆਂ ਦਾ ਬਹੁਤ ਕੰਮ ਚੱਲਦਾ। ਕਿੰਨੇ ਹੀ ਧੰਦੇ ਹੈ ਜਿਨ੍ਹਾਂ ਦੇ ਨਾਲ ਕਿਸਾਨ ਦੀ ਇਨਕਮ ਹੈ ਜਿਹੜੀ ਉਸ ਨੂੰ ਅਸੀਂ ਵਧਾ ਵੀ ਸਕਦੇ ਹਾਂ, ਕਿਸਾਨ ਦਾ ਜੀਵਨ ਪੱਧਰ ਵੀ ਉੱਚਾ ਚੱਕ ਸਕਦੇ ਹਾਂ। ਸੋ ਉਹਨਾਂ ਸਾਰਿਆਂ ਦੇ ਲਈ ਸਰਕਾਰ ਇਸ ਪਾਸੇ ਧਿਆਨ ਦੇ ਕੇ, ਕੇਂਦਰ ਦੀ ਸਰਕਾਰ ਜਿਹੜੀ ਹੈ ਇਸ ਬਜਟ ਦੇ ਵਿੱਚ ਵੀ ਉਸਨੇ ਇਹਦੇ ਵਿੱਚ ਚੰਗਾ ਕੰਮ ਕੀਤਾ, ਜਿਹਦੇ ਮੈਂ ਅੰਕੜੇ ਤੁਹਾਨੂੰ ਦਊਂਗਾ। ਸੋ ਇਹ ਸਾਰਾ ਬਜਟ ਜਿਹੜਾ ਕਿਸਾਨ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਇੱਕ ਬਹੁਤ ਹੀ ਵਧੀਆ ਬਜਟ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ, ਸਾਡੇ ਜਿਹੜੇ ਵਿੱਤ ਮੰਤਰੀ ਜੀ ਨਿਰਮਲਾ ਸੀਤਾਰਮਨ ਜੀ ਨੇ, ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਬਹੁਤ ਹੀ ਬੈਲੈਂਸ ਵਾਲਾ ਬਜਟ ਜਿਹੜਾ ਉਹ ਖੇਤੀ ਤੇ ਪੇਸ਼ ਕੀਤਾ ਗਿਆ। ਜੀ, ਚੀਮਾ ਸਾਹਿਬ ਦੇ ਅੰਕੜੇ ਅਸੀਂ ਬਾਅਦ ਚ ਦੇਖਾਂਗੇ। ਪਹਿਲਾਂ ਤਰਸੇਮ ਸਿੰਘ ਨੂੰ ਪੁੱਛਾਂਗਾ ਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਇਹ ਖੇਤੀ ਵਾਸਤੇ ਕਿੰਨਾ ਕੁ ਲਾਹੇਵੰਦ ਹੈ? ਦੇਖੋ, ਜਿਹੜਾ ਬਜਟ ਕੀਤਾ ਇਹਨਾਂ ਨੇ ਹੁਣ ਇਸ ਬਰੇ ਲਈ ਉਹਦੇ ਵਿੱਚ ਸਰਕਾਰ ਨੇ ਬਹੁਤ ਵਧੀਆ ਕੀਤਾ ਪੈਸੇ, ਜਿੱਦਾਂ ਇਹਨਾਂ ਨੇ ਦੱਸਿਆ ਚੀਮਾ ਸਾਹਿਬ ਨੇ ਕਾਫੀ ਦਿੱਤੇ ਆ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਵਿੱਚ। ਦੂਸਰਾ ਇੱਦਾਂ ਕਿ ਜਿਹੜਾ ਇਹਨਾਂ ਨੇ ਖਾਸ ਤੌਰ ਤੇ ਮੈਂ ਜਿਨ੍ਹਾਂ ਦੀ ਖੇਤੀ ਕਰਦਾ ਹਾਂ, ਮਿਲਟ ਦੀ ਕਰਦਾ ਹਾਂ, ਔਰ ਅਸੀਂ ਮੋਟਾ ਅਨਾਜ ਉਹਦਾ ਦਾਣੇ ਉਹਦੇ ਬਰੀਕ ਹੁੰਦੇ ਆ, ਮੋਟਾ ਅਨਾਜ ਦਾਣੇ ਨਹੀਂ ਮੋਟੇ ਹੁੰਦੇ, ਤੇ ਗਰੀਬਾਂ ਦਾ ਖਾਦ ਇਹਨੂੰ ਕਿਹਾ ਜਾਂਦਾ ਸੀ। ਬਾਬੇ ਨਾਨਕ ਵੇਲੇ ਇਹ ਖੇਤੀ ਹੁੰਦੀ ਸੀਗੀ, ਔਰ ਇਹਦੇ ਵਾਸਤੇ ਵੀ ਜਿਹੜਾ ਸਰਕਾਰ ਨੇ ਹੰਭਲਾ ਮਾਰਿਆ ਬਹੁਤ ਹੀ ਸ਼ਲਾਘਾਯੋਗ ਆ। ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਕਦੀ ਮਿਲਟ ਨੂੰ ਜਾਂ ਮੋਟੇ ਅਨਾਜ ਨੂੰ ਯਾਦ ਨਹੀਂ ਸੀ ਕੀਤਾ। ਤੇ ਮੈਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜਿਆ ਹੋਣ ਕਰਕੇ ਅਸੀਂ ਤਾਂ ਕਾਫੀ ਮਤਲਬ 4-5 ਸਾਲ ਤੋਂ ਇਹ ਖੇਤੀ ਜਿਹੜੀ ਹੈ ਇਹਨੂੰ ਕਰ ਰਹੇ ਹਾਂ, ਔਰ ਬੜੇ ਵਧੀਆ ਢੰਗ ਨਾਲ ਕਰ ਰਹੇ ਹਾਂ। ਔਰ ਜੇ ਅਸੀਂ ਇਹੀ ਅਨਾਜ ਖਾਣੇ ਸ਼ੁਰੂ ਕਰ ਦਈਏ, ਮੋਟੇ ਅਨਾਜ ਜਿਹਨਾਂ ਨੂੰ ਕਹਿੰਦੇ ਆ, ਤੇ ਲਗਭਗ ਡਾਕਟਰ ਖਾਦਰ ਵਲੀ ਜਿਹੜੇ ਕਿ ਮਿਲਟ ਮੈਨ ਆ, ਜਿਨ੍ਹਾਂ ਨਾਲ ਇਹਨਾਂ ਤੇ ਰਿਸਰਚ ਕੀਤੀ ਹੈ, ਉਹ ਕਹਿੰਦੇ ਸੀ ਕਿ 20 ਸਾਲ ਵਿੱਚ ਸਾਰੇ ਹਸਪੀਟਲ ਬੰਦ ਹੋ ਜਾਣਗੇ। ਪਰ ਸਰਕਾਰਾਂ ਦੀ ਮਰਜ਼ੀ ਆ, ਹਸਪੀਟਲਾਂ ਤੇ ਜ਼ੋਰ ਲਾਈ ਜਾਂਦੇ ਆ। ਚਲੋ, ਮੋਟੇ ਤੌਰ ਤੇ ਤੁਸੀਂ ਸਹਿਮਤ ਹੋ ਸਰਕਾਰ ਨਾਲ, ਸਰਕਾਰ ਤੋਂ ਖੁਸ਼ ਹੋ ਕੇ ਉਹਨਾਂ ਨੇ ਵਧੀਆ ਬਜਟ ਪੇਸ਼ ਕੀਤਾ? ਬਿਲਕੁਲ ਜੀ। ਚੀਮਾ ਸਾਹਿਬ, ਤੁਸੀਂ ਕੁਝ ਅੰਕੜੇ ਦੇ ਰਹੇ ਸੀ। ਹਾਂ, ਜੇ ਮੈਂ ਗੱਲ ਕਰਾਂ, ਜਿਸ ਤਰ੍ਹਾਂ ਗੱਲ ਕੀਤੀ ਸੀ ਆਪਾਂ ਕਿ ਜਿਹੜੇ ਨਾਲ ਸਹਾਇਕ ਧੰਦੇ ਆ, ਉਹਨਾਂ ਧੰਦਿਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਨੌਜਵਾਨ ਕਿਸਾਨਾਂ ਨੂੰ ਉਹਨਾਂ ਧੰਦਿਆਂ ਦੇ ਨਾਲ ਜੋੜਨ ਦੇ ਲਈ, ਕਿਉਂਕਿ ਅੱਜ ਜਿਸ ਤਰ੍ਹਾਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਹੈ, ਜਿਸ ਤਰ੍ਹਾਂ ਸਾਡੇ ਨੌਜਵਾਨ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਕਿ ਅਸੀਂ ਕੀ ਕਰੀਏ, ਖੇਤੀ ਦੇ ਵਿੱਚ ਉਹ ਆਉਣਾ ਚਾਹੁੰਦੇ ਆ, ਪਰ ਖੇਤੀ ਕੱਲੀ ਕਰਕੇ ਸਾਡਾ ਪੂਰਾ ਨਹੀਂ ਪੈਂਦਾ ਹੈਗਾ, ਸਾਡੇ ਘਰ ਦੇ ਖਰਚੇ ਵੀ ਨਹੀਂ ਚੱਲਦੇ। ਸੋ ਉਹਦੇ ਲਈ ਜਿਹੜਾ ਕੇਂਦਰ ਦੀ ਸਰਕਾਰ ਹੈ ਉਹਨੇ ਬੜਾ ਅੱਛਾ ਪ੍ਰਬੰਧ ਕੀਤਾ ਹੈ। ਜਿੱਦਾਂ ਕਿਸੇ ਨੇ ਡੈਰੀ ਖੋਲ੍ਹਣੀ ਹੈ, ਦੁੱਧ ਦਾ ਕੰਮ ਕਰਨਾ ਹੈ, ਜਾਂ ਪਸ਼ੂ ਪਾਲਣ ਦਾ ਕੰਮ ਕਰਨਾ, ਪਸ਼ੂ ਰੱਖ ਕੇ ਦੁੱਧ ਵੇਚਣਾ, ਉਹ ਕੰਮ ਕਰਨਾ ਹੈ, ਜਾਂ ਤੁਸੀਂ ਉਹਦੇ ਨਾਲ ਨਾਲ ਜਿਹੜਾ ਮੱਛੀ ਪਾਲਣ, ਪਿੱਛੇ ਜੇ ਸਾਡੇ ਪੰਜਾਬ ਦੇ ਵਿੱਚ ਮੱਛੀ ਪਾਲਣ ਦਾ ਰੁਝਾਨ ਬਹੁਤ ਚੱਲਿਆ ਸੀ, ਪਰ ਜਿਹੜੀਆਂ ਸਟੇਟ ਗਵਰਨਮੈਂਟਾਂ ਦੀ ਨਲਾਇਕੀ ਕਾਰਨ ਅੱਜ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਮੱਛੀ ਪਾਲਣ ਜਿਹੜੇ ਫਾਰਮ ਨੇ ਉਹ ਬੰਦ ਹੋ ਚੁੱਕੇ ਆ। ਉਹ ਸਾਰਿਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਉਹਨਾਂ 'ਚ ਸਟਾਰਟਅਪ, ਜਿੱਦਾਂ ਅਸੀਂ ਪਿੱਛੇ ਜੇ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਸਟਾਰਟਅਪ ਯੋਜਨਾ ਸ਼ੁਰੂਆਤ ਕੀਤੀ ਸੀ, ਉਸ ਸਟਾਰਟਅਪ ਦੇ ਵਿੱਚ ਹੀ ਸਾਡੀ ਕੇਂਦਰ ਦੀ ਸਰਕਾਰ ਨੇ ਖੇਤੀ ਲੋਨ ਦਾ ਜਿਹੜਾ ਲਕਸ਼ ਕਹਿ ਲਓ ਜਾਂ ਉਹਨੂੰ ਟਾਰਗੇਟ ਕਹਿ ਲਓ, ਉਹਨੂੰ 20 ਲੱਖ ਕਰੋੜ ਰੁਪਏ ਦਾ ਇਸ ਵਾਰ ਰੱਖਿਆ ਹੈ ਕਿ ਅਸੀਂ ਆਪਣੇ ਜਿਹੜੇ ਕਿਸਾਨ, ਨੌਜਵਾਨ ਉਦਮੀ ਜਿਹੜੇ, ਉਹਨਾਂ ਨੂੰ ਇਹਦੇ ਵਿੱਚ ਲਿਆਉਣ ਦੇ ਲਈ ਇੱਕ ਬੜੀ ਵੱਡੀ ਅਮਾਉਂਟ ਰੱਖੀ ਹੈ, ਜਿਹਦੇ ਨਾਲ ਮੈਂ ਸਮਝਦਾ
ਕਿ ਨੌਜਵਾਨ ਜਿਹੜੇ ਖੇਤੀ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਲਈ ਇਹਦੇ ਵਿੱਚ ਨਵੇਂ-ਨਵੇਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਲਈ। ਦੋਸਤੋ ਸਾਡੇ ਚੀਮਾ ਸਾਹਿਬ ਕੋਲ ਬੜੇ ਅੰਕੜੇ ਨੇ, ਇਹ ਦੁਬਾਰਾ ਹੋਰ ਵੀ ਇਹਨਾਂ ਨੂੰ ਅਸੀਂ ਇਹਨਾਂ ਕੋਲ ਪੁੱਛਾਂਗੇ ਕਿ ਕਿਹੜੇ-ਕਿਹੜੇ ਅੰਕੜੇ ਹੋਰ ਨੇ, ਪਰ ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਹੋਰ ਕਲਿੱਪ ਦੇਖਦੇ ਹਾਂ ਜਿਸ 'ਚ ਸਾਡੇ ਸੀਤਾ ਰਮਨ ਜੀ ਕੀ ਕਹਿ ਰਹੇ ਆ। Global hub for millets which are Sri Anna. India is the forefront. India's at the forefront of popularizing millets, whose consumption furthers nutrition, food security, and welfare of farmers, said the Honorable Prime Minister. We are the largest producer and second largest exporter of Sri Anna in the world. We grow several types of Sri Anna, such as Sri Anna Jowar, Sri Anna Ragi, Sri Anna Bajra, Sri Anna Kutu, Ramdana, Kangni, Kutni, Kutki, Kodo, China, and Sama. These have a number of health benefits and have been an integral part of our food for centuries. I acknowledge with pride the huge service done by small farmers in contributing to the health of fellow citizens by growing these Sri Anna. Now, to make India a global hub for Sri Anna, the Indian Institute of Millet Research, ideally Indian Institute of the Sri Anna Research, Hyderabad, will be supported as the center of excellence for sharing best practices, research and technologies at the international level. ਦੋਸਤੋ ਜਿਵੇਂ ਕਿ ਤੁਸੀਂ ਵੀ ਸੁਣ ਰਹੇ ਸੀ ਨਿਰਮਲਾ ਸੀਤਾਰਮਨ ਹੋਣਾ ਨੇ ਮੋਟੇ ਅਨਾਜ ਦੀ ਗੱਲ ਕੀਤੀ ਹੈ ਕਿ ਮੋਟੇ ਅਨਾਜ ਨੂੰ ਪਹਿਲ ਦਿੱਤੀ ਜਾਏਗੀ, ਇਹਨੂੰ ਉਤਸ਼ਾਹ ਦਿੱਤਾ ਜਾਏਗਾ। ਜਿਵੇਂ ਕਿ ਨਰਿੰਦਰ ਮੋਦੀ ਹੋਣਾ ਨੇ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ, ਇਹਨਾਂ ਦੀ ਪਹਿਲ ਤੇ ਇੰਟਰਨੈਸ਼ਨਲ ਈਅਰ ਆਫ ਮਿਲਟਸ ਇਸ ਸਾਲ ਨੂੰ ਮਨਾਇਆ ਜਾ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੰਜਾਬੀਆਂ ਵਾਸਤੇ, ਸਾਡੇ ਭਾਰਤੀਆਂ ਵਾਸਤੇ ਮਾਣ ਵਾਲੀ ਗੱਲ ਵੀ ਹੈ। ਸੋ ਇਸ ਬਜਟ 'ਚ ਜਿਹੜੇ ਮਿਲਟਸ ਦੀ ਗੱਲ ਕੀਤੀ ਹੈ, ਮੋਟੇ ਅਨਾਜ ਦੀ ਗੱਲ ਕੀਤੀ ਹੈ, ਤੁਹਾਡੇ ਤੋਂ ਗੱਲ ਸ਼ੁਰੂ ਕਰਾਂਗਾ ਜੀ ਤਰਸੇਮ ਸਿੰਘ ਜੀ। ਤੁਸੀਂ ਮਿਲਟਸ ਦਾ ਉਤਪਾਦਨ ਕਰਦੇ ਰਹੇ ਹੋ, ਕਿੰਨੇ ਸਾਲ ਹੋ ਗਏ ਤੁਹਾਨੂੰ ਮੋਟਾ ਅਨਾਜ ਉਗਾਉਂਦੇ? ਮੈਨੂੰ 5 ਸਾਲ ਹੋਏ ਆ ਜੀ। ਅੱਛਾ ਜੀ। ਤੇ ਹਰ ਸਾਲ ਹੀ ਮੈਂ ਬੀਜਦਾ ਜੀ। ਪਹਿਲੇ ਸਾਲ ਤਾਂ ਮੇਰੇ ਨਾਲ ਮਜ਼ਾਕ ਹੀ ਹੋਇਆ ਜੀ, ਲੋਕ ਇਹ ਵੱਢ ਕੇ ਲੈ ਗਏ ਵੀ ਇਹ ਘਾਹ ਆ। ਨਹੀਂ, ਪਰ ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ ਕਿ ਕਣਕ ਤੇ ਝੋਨੇ ਨੂੰ ਛੱਡ ਕੇ ਅਸੀਂ ਮੋਟਾ ਅਨਾਜ ਬੀਜੀਏ? ਆਈਡੀਆ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਭੱਟੀ ਸਾਹਿਬ ਗੱਲ ਕੀਤੀ ਆਪਾਂ, ਮੈਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜਿਆ ਜੀ। ਜਿਹੜੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨਾ ਜੀ, ਉਹਨਾਂ ਦਾ ਹੱਲ ਇੱਕੋ ਹੀ ਇੱਕ ਹੈਗਾ, ਇਹ ਮੋਟੇ ਅਨਾਜ ਹੀ ਹੈ ਜੀ। ਤੇ ਮੋਟੇ ਅਨਾਜ ਜਿਹੜੇ ਹੈਗੇ ਆ ਇਹ ਲਗਭਗ ਸਾਰੀਆਂ ਬਿਮਾਰੀਆਂ ਦੀ ਦਵਾ ਹੈ ਜੀ। ਜੇ ਇਹਨਾਂ ਦੇ ਆਪਾਂ ਮੈਰਿਟਸ ਦੇਖੀਏ ਜੀ, ਤੁਸੀਂ ਹਿਸਾਬ ਲਾਓ ਕਿ ਜਿਹੜਾ 9 ਤਰ੍ਹਾਂ ਦੇ ਹੈਗੇ ਇਹ ਜੀ। ਜਿਹੜਾ ਥੋੜਾ ਜਿਹਾ ਡਿਟੇਲ ਦੱਸ ਦਿਓ ਕਿਹੜੇ-ਕਿਹੜੇ ਮੋਟੇ ਤੌਰ ਤੇ ਕਿਹੜੇ-ਕਿਹੜੇ ਨੇ? ਮੋਟੇ ਤੌਰ ਤੇ ਬਾਜਰਾ ਜੀ, ਚਰੀ, ਆਪਾਂ ਚਰੀ ਕਹਿੰਦੇ ਆ, ਉਦਾਂ ਉਹਨੂੰ ਜਵਾਰ ਕਹਿੰਦੇ ਆ। ਹਾਂਜੀ ਜੀ। ਤੇ ਉਸ ਤੋਂ ਬਾਅਦ ਕੋਦਰਾ ਹੋ ਗਿਆ, ਕੋਡੋ ਮਿਲਟ ਜਿਹਨੂੰ ਕਹਿੰਦੇ ਆ, ਬਰਾਊਨ ਟੌਪ, ਹਰੀ ਕੰਗਣੀ, ਫੌਕਸਟੇਲ ਕੰਗਣੀ ਜੀ, ਤੇ ਦੂਸਰਾ ਸਨਮਾ ਜਿਹਨੂੰ ਕਹਿੰਦੇ ਹੈਗੇ ਆ, ਸਵਾਂਕ ਜੀ, ਤੇ ਇੱਕ ਕੁਟਕੀ ਜਿਹਨੂੰ ਲਿਟਲ ਮਿਲਟ ਕਹਿੰਦੇ ਆ ਜੀ, ਤੇ ਇੱਕ ਹੈਗਾ ਚੀਨਾ ਜੀ। ਚੀਨਾ ਜਿਹੜਾ ਹੈਗਾ ਹਾਲੇ ਤੱਕ ਉਹਦੀ ਮੈਂ ਨਹੀਂ ਉਹਨੂੰ ਬੀਜ ਕੇ ਦੇਖਿਆ ਜੀ। ਬਾਕੀ ਜਿਹੜੇ 2 ਮਿਲਟ ਹੈਗੇ ਆ, ਜਵਾਰ ਤੇ ਬਾਜਰਾ ਜੀ, ਇਹ ਆਮ ਤੌਰ ਤੇ ਅਸੀਂ ਚਾਰੇ 'ਚ ਵਰਤਦੇ ਆ ਜੀ। ਤੇ ਜਿਹੜੇ 5 ਮਿਲਟ ਹੈਗੇ ਆ ਜੀ, ਇਹ ਸਾਡੀ ਖੁਰਾਕ ਦਾ ਅੰਗ ਬਣਦੇ ਜ਼ਿਆਦਾ ਜੀ। ਉਹਨਾਂ ਵਿੱਚੋਂ ਕੋਡੋ ਹੋ ਗਿਆ ਤੇ ਦੂਸਰੀ ਹੋ ਗਈ ਕੰਗਣੀ ਹੋ ਗਈ, ਹਰੀ ਕੰਗਣੀ ਹੋ ਗਈ, ਲਿਟਲ ਮਿਲਟ ਹੋ ਗਿਆ। ਇਹਨਾਂ ਨੂੰ ਇਦਾਂ ਹੀ ਖਾਧਾ ਜਾਂਦਾ ਕਿ ਆਟੇ ਨਾਲ ਮਿਲਾ ਕੇ ਖਾਂਦੇ? ਇਹਨਾਂ ਨੂੰ ਜੀ ਦੇਖੋ, ਇਹ ਖਾਣ ਦੇ ਜਿਸ ਤਰ੍ਹਾਂ ਆਪਾਂ ਚਾਵਲ ਖਾਂਦੇ ਆ, ਦਲੀਆ ਬਣਾਉਂਦੇ ਆ, ਇਦਾਂ ਵੀ ਬਣਾਏ ਜਾਂਦੇ ਆ। ਇਹਦਾ ਆਟਾ ਵੀ ਵਰਤਿਆ ਜਾਂਦਾ, ਆਟਾ ਵੀ ਬਣਾ ਕੇ ਰੋਟੀ ਵੀ ਬਣਾਈ ਜਾ ਸਕਦੀ ਆ। ਮਤਲਬ ਇਹਦਾ ਹਰ ਇੱਕ ਪਕਵਾਨ ਬਣਾਇਆ ਜਾ, ਈਵਨ ਇਡਲੀ, ਡੋਸਾ, ਹੁਣ ਤਾਂ ਸਾਊਥ ਇੰਡੀਅਨ ਸਾਰਾ, ਹਾਂਜੀ, ਬਿਸਕੁਟ ਵੀ ਆ ਗਿਆ ਬਾਜ਼ਾਰ 'ਚ, ਇਹਦੇ ਬ੍ਰੈਡ ਵੀ ਬਣਨ ਲੱਗ ਪਿਆ। ਤੇ ਮਤਲਬ ਕੋਈ ਵੀ ਰੈਸਪੀ ਇਦਾਂ ਦੀ ਨਹੀਂ ਗੀ ਜਿਹੜੀ ਇਹਨਾਂ ਤੋਂ ਤਿਆਰ ਨਹੀਂ ਹੋ ਸਕਦੀ ਜੀ। ਦੂਸਰਾ ਇਹ ਹੈ ਕਿ ਇਹਨਾਂ ਨਾਲ ਤੁਸੀਂ ਦੇਖੋਗੇ ਕਿ ਇਹਨਾਂ ਵਿੱਚ ਫਾਈਬਰ ਦੀ ਮਾਤਰਾ ਇੰਨੀ ਕੁ ਆ ਜੀ
ਜਿਹੜੇ ਸਾਡੇ ਨਾ ਆਮ ਬਿਮਾਰੀਆਂ ਲੱਗਦੀਆਂ ਨਾ ਜੀ ਲੋਕਾਂ ਨੂੰ, ਉਹ ਲੱਗਦੀਆਂ ਹੈਗੀਆਂ। ਇੱਕ ਤਾਂ ਸਾਡਾ ਜਿਹੜਾ ਗਲੂਕੋਜ਼ ਆ ਇਹ ਵਧਣ ਨਾਲ, ਦੂਸਰਾ ਹਾਰਮੋਨਲ ਡਿਜ਼ੀਜ਼ ਹੈਗੀਆਂ ਨੇ ਜਿਹੜਾ ਹਾਰਮੋਨਸ ਨਾਲ ਪੈਦਾ ਹੁੰਦੀਆਂ, ਤੀਸਰਾ ਹੈਗਾ ਮਾਈਕਰੋਬੀਅਲ ਜਿਹੜੇ ਸਾਡੇ ਗਟਸ ਵਿੱਚ ਜੀਵਾਣੂ ਆ ਨਾ ਜੀ, ਇਹਨਾਂ ਦਾ ਜਿਹੜਾ ਇੰਬੈਲੈਂਸ ਹੋ ਜਾਂਦਾ ਨਾ ਜੀ, ਫਿਰ ਅਸੀਂ ਬਿਮਾਰ ਹੁੰਦੇ ਹਾਂ। ਇਹ ਜਿਹੜੇ ਮਿਲਟ ਹੈਗੇ ਆ ਇਹਨਾਂ ਸਾਰੀਆਂ ਹੀ ਅਲਾਮਤਾਂ ਨੂੰ ਖਤਮ ਕਰ ਦਿੰਦੇ ਆ। ਤੇ ਜਦੋਂ ਹੁਣ ਸਾਡੇ ਨਿਰਮਲਾ ਸੀਤਾਰਮਨ ਉਹਨਾਂ ਨੇ ਬਜਟ 'ਚ ਇੰਨੀ ਗੱਲ ਕਹਿਤੀ ਹੈ ਕਿ ਅਸੀਂ ਮਿਲਟ ਦੀ ਖੇਤੀ ਨੂੰ ਵਧਾਵਾਂਗੇ, ਉਹਨੂੰ ਉਤਸ਼ਾਹ ਦੇਵਾਂਗੇ, ਤੇ ਤੁਹਾਨੂੰ ਕੀ ਲੱਗਦਾ ਖੁਸ਼ੀ ਤੇ ਹੋਏਗੀ ਮਨ 'ਚ? ਖੁਸ਼ੀ ਜੀ। ਜੇ ਕਿਤੇ ਸਰਕਾਰ ਪਹਿਲਾਂ 2-4 ਸਾਲ ਪਹਿਲਾਂ ਬਾਂਹ ਫੜ ਲੈਂਦੀ, ਪਰ ਜਿਹੜੇ ਅਸੀਂ ਅੰਨ੍ਹੇਵਾਹ ਹਸਪੀਟਲ ਖੋਲੀ ਜਾਂਦੇ ਆ, ਕੈਂਸਰ ਨਾਲ ਪੀੜਤ ਹਾਂ, ਅਸੀਂ ਸ਼ੂਗਰ ਨਾਲ ਪੀੜਤ ਹਾਂ, ਬਲੱਡ ਪ੍ਰੈਸ਼ਰ ਨਾਲ ਪੀੜਤ ਹਾਂ, ਇਹ ਅੱਜ ਤੱਕ ਅਸੀਂ 4-5 ਸਾਲ ਪਹਿਲਾਂ ਤੋਂ ਅੱਜ ਤੱਕ ਤਕਰੀਬਨ 50% ਅਸੀਂ ਸਾਰੇ ਬੰਦੇ ਠੀਕ ਹੋ ਜਾਣਾ ਸੀ। ਮਿਲਟ ਦੀ ਖੇਤੀ ਬਾਰੇ ਤੁਹਾਡੇ ਨਾਲ ਦੁਬਾਰਾ ਗੱਲ ਕਰਾਂਗਾ। ਚੀਮਾ ਸਾਹਿਬ, ਤੁਸੀਂ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਵਿੱਤ ਮੰਤਰੀ ਉਹਨਾਂ ਨੇ ਮਿਲਟਸ ਦੀ ਗੱਲ ਕੀਤੀ ਹੈ, ਮੋਟੇ ਅਨਾਜ ਦੀ ਗੱਲ ਕੀਤੀ ਹੈ, ਤੁਹਾਡੇ ਹਿਸਾਬ ਨਾਲ ਕੀ ਹੈ? ਮੋਟਾ ਅਨਾਜ ਜਿਹੜਾ, ਜਿਸ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਕਿ ਮੋਟਾ ਅਨਾਜ ਜਿਹੜਾ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਅਹਿਮ ਇੱਕ ਚੀਜ਼ ਹੈ, ਜਿਹਦੇ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ, ਸਾਡੇ ਸਰੀਰ ਨੂੰ ਠੀਕ ਰੱਖਦਾ। ਤੇ ਸਭ ਤੋਂ ਵੱਡੀ ਗੱਲ, ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਤੇ ਸਾਡੇ ਦੇਸ਼ ਦੇ ਨਿਰਮਲਾ ਸੀਤਾਰਮਨ ਜੀ ਜਿਹੜੇ ਵਿੱਤ ਮੰਤਰੀ ਹੈ, ਉਹਨਾਂ ਨੇ ਮਿਲਟਸ ਨੂੰ ਪ੍ਰਮੋਟ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ G20 ਸਾਡੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਹੇ ਆ, ਉਹਨਾਂ ਦੇ ਵਿੱਚ ਵੀ ਸਾਡੇ ਮਹਿਮਾਨਾਂ ਨੂੰ ਮੋਟਾ ਅਨਾਜ ਪਰੋਸਿਆ ਗਿਆ। ਇਸ ਤਰ੍ਹਾਂ ਪ੍ਰਧਾਨ ਮੰਤਰੀ ਉਹਨਾਂ ਨੇ ਮਨ ਕੀ ਬਾਤ 'ਚ ਵੀ ਇੰਨੀ ਗੱਲ ਕਹੀ ਸੀਗੀ, ਬਾਤ ਦੇ ਵਿੱਚ ਵੀ ਉਹਨਾਂ ਨੇ ਕਹੀ। ਤੇ ਜਿਹੜੀ ਇੱਕ ਗੱਲ ਮੈਂ ਹੋਰ ਇਸ ਤੋਂ ਵੀ ਅੱਗੇ ਜਾ ਕੇ ਸੋਚਦਾ, ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਘਾਟ ਸੀ, ਪਹਿਲੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਜਿਹੜਾ ਢਿੱਡ ਹੈ ਉਹ ਤੋਂ ਭਰ ਲਿਆ, ਪਰ ਪੰਜਾਬ ਨੂੰ ਝੋਨੇ ਤੇ ਕਣਕ ਦੇ ਅਜਿਹੇ ਚੱਕਰ 'ਚ ਫਸਾਇਆ, ਧਰਤੀ ਵੀ ਜ਼ਹਿਰੀਲੀ ਕਰਤੀ, ਪਾਣੀ ਵੀ ਖਾਤਮੇ ਵਾਲੇ ਪਾਸੇ ਤੋਰਤਾ, ਉਸ ਨੂੰ ਬਚਾਉਣ ਦੇ ਲਈ ਕਿਸੇ ਸਰਕਾਰਾਂ ਨੇ ਕੰਮ ਨਹੀਂ ਕੀਤਾ। ਸੋ ਅੱਜ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਸ ਪਾਸੇ ਇਹ ਕੰਮ ਕਰਕੇ, ਜਿੱਥੇ ਮਿਲਟਸ ਦੀ ਖੇਤੀ, ਮੋਟੇ ਅਨਾਜ ਦੀ ਖੇਤੀ ਦੇ ਨਾਲ ਸਾਨੂੰ ਉਸ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਵੀ ਉਹਨਾਂ ਦੀ ਕੋਸ਼ਿਸ਼ ਹੈ, ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ, ਪੰਜਾਬ ਦਾ ਪਾਣੀ ਬਾਕੀ ਸੂਬਿਆਂ ਦੇ ਜਿਹੜੇ ਧਰਤੀ ਆ ਉਹਨੂੰ ਜ਼ਹਿਰੀਲੀ ਹੋਣ ਤੋਂ ਬਚਾਇਆ ਜਾ ਸਕੇ। ਇਸ ਤਰ੍ਹਾਂ ਦੀ ਸੋਚ ਲੈ ਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਅੱਗੇ ਵਧ ਰਹੀ ਹੈ। ਸਾਰੇ ਸੂਬਿਆਂ ਦੇ ਲਈ ਇੱਕ ਚੰਗੀ ਸੋਚ ਲੈ ਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਅੱਗੇ ਵਧ ਰਹੀ ਹੈ। ਮੋਟੇ ਅਨਾਜ ਦੀ ਖੇਤੀ ਨੂੰ ਲੈ ਕੇ ਵੀ ਸਾਡੀ ਇਹੀ ਪਾਲਿਸੀ ਹੈ, ਸਾਡੀ ਸਰਕਾਰ ਦੀ ਇਹੀ ਸੋਚ ਲੈ ਕੇ ਅੱਗੇ ਵਧ ਰਹੀ ਹੈ। ਜੀ ਤਰਸੇਮ ਜੀ, ਤੁਸੀਂ ਗੱਲ ਕਰ ਰਹੇ ਸੀ ਖੇਤੀ ਦੀ, ਮੇਰੇ ਮਨ 'ਚ ਇਹ ਸਵਾਲ ਆ ਰਿਹਾ ਕਿ ਜਿਹੜੀ ਤੁਸੀਂ ਖੇਤੀ ਕਰਨੀ, ਕਿਉਂਕਿ 5 ਸਾਲ ਤੋਂ ਸ਼ੁਰੂ ਕੀਤੀ ਤੁਸੀਂ, ਪਹਿਲਾਂ ਸਿਰਫ ਝੋਨਾ ਤੇ ਜਾਂ ਕਣਕ ਸੀ, ਉਹਦੀ ਜਿਹੜੀ ਮੰਡੀਕਰਨ ਹੈ ਉਹ ਬੜਾ ਸੌਖਾ ਸੀਗਾ। ਇਹ ਜਿਹੜੇ ਤੁਸੀਂ ਅਨਾਜ ਬੀਜਦੇ ਹੋ, ਮੋਟੇ ਅਨਾਜ, ਇਹ ਤੁਸੀਂ ਕਿੱਥੇ ਵੇਚਦੇ ਹੋ, ਕਿਵੇਂ ਵੇਚਦੇ ਹੋ? ਇਹ ਜਿਹੜੇ ਅਨਾਜ ਹੈਗੇ ਨੇ ਜੀ, ਪਹਿਲਾਂ ਤਾਂ ਪ੍ਰੋਬਲਮ ਸੀਗੀ ਇਹਦੀ, ਜਿਉਂ-ਜਿਉਂ ਲੋਕਾਂ 'ਚ ਜਾਗਰਤੀ ਆਈ ਹੈ, ਇਹਦੀ ਜਿਹੜੀ ਮਾਰਕੀਟਿੰਗ ਆ ਨਾ, ਸਾਨੂੰ ਸੈਲਫ ਮਾਰਕੀਟਿੰਗ ਕਰਨੀ ਪਈ ਆ। ਪਹਿਲਾਂ ਅਸੀਂ ਲੋਕਾਂ 'ਚ ਵਿਚਰੇ, ਡਾਕਟਰ ਖਾਦਰ ਵਲੀਆਂ ਬਾਰੇ ਦੱਸਿਆ, ਇਹਦੇ ਮੈਰਿਟਸ ਕੀ ਆ, ਸਾਰਾ ਕੁਝ ਲੋਕਾਂ ਨੂੰ ਜਿੱਦਾਂ ਕਹਿਣ ਲੱਗੇ ਤਾਂ ਫਿਰ ਡਿਮਾਂਡ ਵੱਧ ਗਈ। ਇਸ ਵੇਲੇ ਸਾਡੇ ਕੋਲ ਇਹ ਚੀਜ਼ ਟਿਕਦੀ ਨਹੀਂ, ਲੋਕ ਜਾਗਰਤ ਹੋ ਗਏ ਆ, ਬਿਮਾਰੀਆਂ ਹਟਦੀਆਂ ਵੀ ਆ। ਤੁਸੀਂ YouTube ਕੱਢ ਕੇ ਦੇਖ ਲਓ, ਉਹਦੇ ਤੇ ਡਾਕਟਰ ਅਮਰ ਸਿੰਘ ਆਜ਼ਾਦ ਹਰ ਵਕਤ ਇਹਨਾਂ ਨਾਲ ਜਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਆ ਉਹਨਾਂ ਬਾਰੇ ਗੱਲ ਕਰਦੇ ਆ, ਔਰ ਹੁੰਦੀਆਂ ਵੀ ਆ ਪ੍ਰੈਕਟੀਕਲੀ। ਮੈਂ ਆਪਣੀ ਮਿਸੇਜ ਦੀ ਗੱਲ ਦੱਸਦਾ, ਉਹਦਾ weight ਜਿਹੜਾ 90 ਕਿਲੋ ਸੀ, ਇਹ ਖਾਣੇ ਸ਼ੁਰੂ ਕਰ ਦਿੱਤੇ, ਇਸ ਵੇਲੇ ਉਹ 70 ਕਿਲੋ ਤੇ ਆ ਗਿਆ। ਅੱਜ ਕੱਲ੍ਹ ਦੋਸਤੋ ਆਮ ਹੀ ਲੋਕਾਂ ਨੂੰ ਇਹ ਪ੍ਰੋਬਲਮ ਹੈ ਕਿ ਮੋਟਾਪਾ, ਭਾਰ ਜ਼ਿਆਦਾ, ਉਹ ਕੋਸ਼ਿਸ਼ ਇਹੀ ਹੁੰਦੀ ਹੈ ਕਿ ਭਾਰ ਕਿੱਦਾਂ ਘਟ ਜੇ, ਤੇ ਉਹ ਦੱਸ ਰਿਹਾ ਕਿ ਮਿਲਟਸ ਨਾਲ ਭਾਰ ਘਟਦਾ। ਹਾਂਜੀ ਭੱਟੀ ਸਾਹਿਬ, ਇੱਕ ਹੋਰ ਦੱਸੀਏ ਤੁਹਾਨੂੰ, ਵੀ ਜਿਹੜਾ ਆਪਾਂ ਨਾ ਜਿਹੜੀ ਖੰਡ ਵਰਤਦੇ ਹੈਗੇ ਆ, ਇਹਦੀ ਮਾਤਰਾ ਜਿਹੜੀ ਆ, ਸਾਡਾ ਸਰੀਰ 5-6 ਗ੍ਰਾਮ ਤੋਂ ਵੱਧ ਨਹੀਂ ਚੱਲਦਾ, ਕਿਉਂਕਿ ਇੱਕ ਆਦਮੀ ਵਿੱਚ ਜਾਂ ਇੱਕ ਹਿਊਮਨ ਵਿੱਚ 5-6 ਲੀਟਰ ਹੀ ਖੂਨ ਹੁੰਦਾ ਹੈ। ਤੇ ਇਹ ਜਿਹੜੀਆਂ ਮਿਲਟ ਹੈਗੀਆਂ, ਇਹਨਾਂ ਵਿੱਚ ਜਿਹੜਾ ਫਾਈਬਰ ਆ ਉਹ ਇੰਨੀ ਕਪੈਸਿਟੀ ਰੱਖਦਾ ਕਿ 5 ਗ੍ਰਾਮ ਤੋਂ ਵੱਧ ਸ਼ੂਗਰ ਨੂੰ ਰਿਲੀਜ਼ ਹੀ ਨਹੀਂ ਹੋਣ ਦਿੰਦਾ। ਜਿਹੜੀ ਸ਼ੂਗਰ ਆ, ਇਹ ਤੁਸੀਂ ਦੇਖ ਲਓ ਵੀ ਇਹਨੂੰ ਸਾਡਾ ਸਰੀਰ ਸਾਂਭਦਾ ਉਹਨੂੰ ਕਦੀ ਤਾਂ ਕੋਲੈਸਟਰੋਲ ਵਿੱਚ ਬਦਲ ਦਿੰਦਾ, ਉਹ ਕੋਲੈਸਟਰੋਲ ਕਦੀ ਸਾਡੇ ਹਾਰਟ 'ਚ ਜੰਮਦਾ, ਕਦੀ ਸਾਡੇ ਗੋਡਿਆਂ 'ਚ ਜੰਮਦਾ, ਕਦੀ ਸਾਡਾ ਉਹ ਮੋਟਾਪੇ ਦਾ ਕਾਰਨ ਮਤਲਬ ਉਹੀ ਬਣਦਾ ਜ਼ਿਆਦਾ ਤੌਰ ਤੇ। ਤੁਸੀਂ ਫਾਈਬਰ ਦਾ ਬਾਰ-ਬਾਰ ਜ਼ਿਕਰ ਕਰ ਲਿਓ, ਮੈਨੂੰ ਇਹ ਪਤਾ ਕਿ ਡਾਕਟਰ ਜਿਹੜੀਆਂ ਦਵਾਈਆਂ ਸਾਨੂੰ ਦਿੰਦੇ ਆ, ਜ਼ਿਆਦਾ ਉਹੀ ਕਹਿੰਦੇ ਕਿ ਫਾਈਬਰ, ਜਿਹਦੇ 'ਚ ਫਾਈਬਰ ਲਿਖਿਆ ਹੋਵੇ, ਜਿਹੜੀ ਫਾਈਬਰ ਅਸੀਂ ਨਕਲੀ ਲੈਂਦੇ ਹਾਂ ਫਾਈਬਰ, ਤੇ ਜੇ ਸਾਨੂੰ ਅਸਲੀ ਫਾਈਬਰ ਮਿਲੇ ਤੇ ਉਹਦੇ ਨਾਲ ਦੀ ਚੀਜ਼ ਹੀ ਕੋਈ ਨਹੀਂ। ਪਰ ਇਹਨਾਂ ਵਿੱਚ ਫਾਈਬਰ ਦੀ ਮਾਤਰਾ ਇੰਨੀ ਕੁ ਹੈਗੀ ਆ, 10 ਤੋਂ ਲੈ ਕੇ 12.5 ਤੱਕ ਆ।
ਇੰਨੇ % ਤੱਕ ਹੈਗੀ ਇਹਦੇ 'ਚ ਫਾਈਬਰ ਜਿਹੜੀ ਹੈਗੀ ਆ। ਜਿਹੜੇ ਅਸੀਂ ਫਲ ਫਰੂਟ ਵੀ ਖਾਂਦੇ ਆ ਜੀ, ਆਪਾਂ ਕਹਿੰਦੇ ਇਹਦੇ 'ਚ ਫਾਈਬਰ ਹੈਗਾ ਆ ਜੀ। ਹੁਣ ਫਲ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਘੱਟ ਤੋਂ ਘੱਟ ਵੀ 90% ਤਾਂ ਪਾਣੀ ਹੁੰਦਾ ਨਾ ਜੀ, ਜੀ। ਬਾਕੀ 10% ਬਚਿਆ ਜੀ, ਉਹਦੇ ਵਿੱਚ ਫਾਈਬਰ ਦੀ ਮਾਤਰਾ ਕਿੰਨੀ ਕੁ ਹੋਊਗੀ? ਜੀ, ਜੀ, ਜੀ। ਪਰ ਇਹਨਾਂ ਵਿੱਚ ਜਿਹੜਾ ਹੈਗਾ 12% ਤੱਕ ਆ, 10% ਤੱਕ ਆ, ਇਹ ਅਸੀਂ ਥੋੜੀ ਖਾਣ ਨਾਲ ਹੀ ਜੀ ਜਿਹੜੀ ਫਾਈਬਰ ਦੀ ਮਾਤਰਾ ਸਾਡੀ ਉਹ ਪੂਰੀ ਹੋ ਜਾਂਦੀ ਹੈ। ਜਿਹੜੇ ਅਨਾਜ ਨੇ ਬਾਜਰਾ, ਜਵਾਰ ਵਗੈਰਾ, ਸਭ ਤੋਂ ਜ਼ਿਆਦਾ ਫਾਈਬਰ ਕਿਹਦੇ 'ਚ ਹੈ? ਸਭ ਤੋਂ ਜ਼ਿਆਦਾ ਹੈਗਾ ਇਹ ਜਿਹੜੀ ਬਰਾਊਨ ਟੌਪ ਹੈਗੀ ਆ ਜੀ, ਪੰਜਾਬੀ ਜਿਹਨੂੰ ਆਪਾਂ ਕਹਿੰਦੇ ਹਰੀ ਕੰਗਣੀ। ਹਰੀ ਕੰਗਣੀ, ਹਾਂਜੀ ਹਾਂਜੀ ਜੀ। ਹਰੀ ਕੰਗਣੀ ਜਿਹੜੀ ਹੈਗੀ ਆ ਨਾ ਜੀ, ਇਹਦੇ ਖਾਣ ਨਾਲ ਜੀ ਸਾਡਾ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਹੁੰਦਾ ਜੀ। ਜੀ। ਸਾਡੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਸਾਨੂੰ, ਕੀ ਕਹਿੰਦੇ ਥਾਇਰਾਇਡ ਵਗੈਰਾ ਹੋਏ, ਜੀ, ਜੀ। ਅੱਖਾਂ ਦੀਆਂ ਬਿਮਾਰੀਆਂ ਹੋਈਆਂ, ਤੇ ਬੀਪੀ ਜਿਹੜਾ ਚੀਜ਼ਾਂ ਨਾਲ ਵੱਜਾ ਪਿਆ, ਜੀ, ਉਹਨਾਂ ਸਾਰੀਆਂ ਨੂੰ ਜਿਹੜੀ ਹਰੀ ਕੰਗਣੀ ਹੈਗੀ ਆ ਉਹ ਠੀਕ ਕਰ ਦਿੰਦੀ ਹੈ। ਜਦੋਂ ਤਰਸੇਮ ਸਿੰਘ ਜੀ ਆਪਣੀ ਗੱਲ ਕਰ ਰਹੇ ਸੀ ਤੇ ਚੀਮਾ ਸਾਹਿਬ ਦੇ ਲੱਗਦਾ ਸੀ ਕੁਝ ਕਹਿਣਾ ਚਾਹੁੰਦੇ। ਸਰ ਕੀ ਕਹਿਣਾ ਚਾਹੋਗੇ? ਮੈਂ ਇੱਥੇ ਕਹਿਣਾ ਚਾਹੁੰਦਾ ਸੀ ਕਿ ਤਰਸੇਮ ਸਿੰਘ ਜੀ ਜੇ ਮੋਟੇ ਅਨਾਜ ਦੀ ਖੇਤੀ ਕਰ ਰਹੇ ਆ ਜੀ, ਕਿਉਂਕਿ ਮੈਨੂੰ ਇਹਨਾਂ ਦੀ ਜਿਹੜੀ ਏਜ ਹੈ ਜੀ, ਉਹ ਇਹ ਆਪ ਦੱਸਣਗੇ ਤਾਂ ਮੈਨੂੰ ਚੰਗਾ ਲੱਗੂਗਾ। ਇਸ ਉਮਰ ਦੇ ਵਿੱਚ ਵੀ ਜਿਸ ਤਰ੍ਹਾਂ ਇਹਨਾਂ ਦੀ ਤੰਦਰੁਸਤੀ ਦਾ ਰਾਜ ਹੈ, ਜਿਸ ਤਰ੍ਹਾਂ ਇਹ ਅੱਜ ਵੀ ਇਹਨਾਂ ਦੀ ਯਾਦਦਾਸ਼ਤ ਇੱਕ ਇੱਕ ਅਨਾਜ ਨੂੰ ਇਹ ਦੱਸ ਰਹੇ ਹੈ, ਉਹਦਾ ਰੇਟ ਕਿਸ ਤਰ੍ਹਾਂ ਮਿਲ ਰਿਹਾ ਹੈ, ਔਰ ਇਹਦੇ ਚੋਂ ਉਹ ਸਾਰਾ ਕੁਝ ਮੈਂ ਕਹਿੰਦਾ ਜਿਸ ਤਰ੍ਹਾਂ ਇਹ ਮੋਟਾ ਅਨਾਜ ਆਪ ਵਰਤਦੇ ਆ ਉਹਦੇ ਕਾਰਨ ਹੀ ਅੱਜ ਇਹਨਾਂ ਦੀ ਇਹ ਸਿਹਤ ਦਾ ਰਾਜ ਹੈ। ਤੇ ਉਹਦੇ ਨਾਲ ਇੱਕ ਇਹਨਾਂ ਨੇ ਹੋਰ ਬੜੀ ਅੱਛੀ ਗੱਲ ਕਹੀ ਹੈ, ਜਿਹੜੇ ਮੈਂ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਕਹੂੰਗਾ, ਉਹ ਬੜੀ ਸ਼ਾਇਦ ਉਹ ਕਿਸੇ ਨੇ ਨੋਟ ਨਾ ਕੀਤੀ ਹੋਵੇ। ਇਹਨਾਂ ਨੇ ਕਿਹਾ ਤੁਸੀਂ ਮਾਰਕੀਟ ਬਾਰੇ ਪੁੱਛਿਆ ਕਿ ਮਾਰਕੀਟ ਉਹਦੀ ਕਿੱਦਾਂ ਮਿਲੀ। ਇਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ, ਲੋਕਾਂ ਨੂੰ ਜਦੋਂ ਅਵੇਅਰ ਕੀਤਾ ਤੇ ਹੁਣ ਸਾਡੇ ਕੋਲ ਮੋਟੇ ਅਨਾਜ ਦੀ ਇੱਕ ਵੀ ਕਿਸਮ ਰੁਕਦੀ ਨਹੀਂ ਹੈਗੀ। ਸੋ ਮੇਰੇ ਕਿਸਾਨ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਕਿ ਸਾਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਮਾਰਕੀਟਿੰਗ ਕਰਨੀ ਵੀ ਸਿੱਖਣੀ ਪੈਣੀ ਹੈ। ਅੱਜ ਇਹ ਕਿਸਾਨ ਦੀ ਜ਼ਰੂਰਤ ਹੈ, ਕਿਉਂਕਿ ਜੇ ਅਸੀਂ ਬਾਜ਼ਾਰ ਦੇ ਵਿੱਚ ਰਹਿਣਾ ਹੈ ਤੇ ਕਿਸਾਨ ਨੂੰ ਮਾਰਕੀਟਿੰਗ ਵੀ ਕਰਨੀ ਆਉਣੀ ਪੈਣੀ ਹੈ। ਇਹ ਬੜੀ ਅੱਛੀ ਇਹਨਾਂ ਨੇ ਇੱਕ ਪੁਆਇੰਟ ਦਿੱਤਾ। ਸੋ ਇਹਨਾਂ ਚੀਜ਼ਾਂ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਸੀ, ਇੱਕ ਤੋਂ ਇਹਨਾਂ ਦੀ ਸਿਹਤ ਦਾ ਰਾਜ ਵੀ ਮੇਰਾ ਖਿਆਲ ਮੋਟਾ ਅਨਾਜ ਇਹ ਖੁਦ ਵੀ ਖਾ ਰਹੇ ਆ। ਦੇਖੋ ਜੀ, ਇਹਨਾਂ ਨੂੰ 15 ਸਾਲ ਰਿਟਾਇਰ ਹੋਏ ਹੋ ਗਿਆ, ਮੈਨੂੰ ਪਹਿਲਾਂ ਦੱਸਿਆ ਸੀਗਾ। ਇਹ ਟੀਚਰ ਵੀ ਰਹੇ ਨੇ ਤੇ 15 ਸਾਲ ਦੀ ਰਿਟਾਇਰਮੈਂਟ ਤੋਂ ਬਾਅਦ ਹੁਣ ਖੇਤੀ ਕਰ ਰਹੇ ਤੇ ਹੁਣ ਦੱਸ ਰਹੇ ਕਿ ਮੋਟੇ ਅਨਾਜ ਦੀ ਖੇਤੀ ਕਰ ਰਹੇ, ਜੋ ਬਹੁਤ ਸੋਹਣੀ ਗੱਲ ਹੈ। ਅਖੀਰਲਾ ਮੇਰਾ ਸਵਾਲ ਸਰ ਤੁਹਾਨੂੰ ਇਹ ਕਿ ਮਾਰਕੀਟਿੰਗ ਦੀ ਗੱਲ ਹੋਏ ਤੇ ਇਸ ਬਜਟ 'ਚ ਜਦੋਂ ਨਿਰਮਲਾ ਸੀਤਾਰਮਣ ਨੇ ਗੱਲ ਕੀਤੀ ਹੈ ਕਿ ਮੋਟੇ ਅਨਾਜ ਨੂੰ ਉਤਸ਼ਾਹਿਤ ਕੀਤਾ ਜਾਏਗਾ, ਇਹਦੀ ਮਾਰਕੀਟਿੰਗ ਬਾਰੇ, ਕਿਉਂਕਿ ਬਾਕੀ ਜਿਹੜੇ ਅਨਾਜ ਨੇ, ਜਿਹੜਾ ਝੋਨਾ ਜਾਂ ਕਣਕ ਹੈ ਉਹ ਸਰਕਾਰ ਖਰੀਦਦੀ ਹੈ, ਕੋਈ ਹੈ ਪ੍ਰੋਗਰਾਮ ਕਿ ਸਰਕਾਰ ਮੋਟਾ ਅਨਾਜ ਵੀ ਖਰੀਦੇ? ਨਹੀਂ, ਇਹਦੇ ਤੇ ਪਹਿਲਾਂ ਤੋਂ ਮੈਂ ਦੱਸ ਦਿਆਂ ਕਿ ਜਿਹੜੇ ਮੋਟੇ ਅਨਾਜ ਤੇ ਸਾਡਾ ਜਿਹੜਾ ਇੱਕ ਇੰਸਟੀਚਿਊਟ ਹੈ ਖੇਤੀ ਬਾਰੇ, ICAR, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਉਹ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਉਹਨਾਂ ਨੇ ਮੋਟੇ ਅਨਾਜ ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸੀ। ਮੋਟੇ ਅਨਾਜ ਦੇ ਉਹਨਾਂ ਨੇ ਬਿਸਕਿਟ ਬਣਾਉਣੇ ਸ਼ੁਰੂ ਕੀਤੇ, ਜਿਹੜੇ ਬੜੇ ਅੱਛੇ, ਸਿਹਤ ਲਈ ਵੀ ਬੜੇ ਫਾਇਦੇਮੰਦ ਨੇ। ਮੋਟੇ ਅਨਾਜ ਤੋਂ ਉਹਨਾਂ ਨੇ ਇੱਕ ਬਰਫੀ ਵੀ ਤਿਆਰ ਕੀਤੀ ਸੀ। ਇਸ ਤਰ੍ਹਾਂ ਉਹਨਾਂ ਨੇ ਕਈ ਆਈਟਮਾਂ ਤਿਆਰ ਕਰਕੇ ਕਿਸਾਨ ਨੂੰ ਦਿੱਤੀਆਂ, ਜਿਹਦੇ ਨਾਲ ਕਿਸਾਨ ਮੋਟੇ ਅਨਾਜ ਦੀ ਖੇਤੀ 'ਚ ਜਾ ਕੇ ਉਹਦੀ ਮਾਰਕੀਟਿੰਗ ਅੱਛੀ ਕਰਕੇ ਉਹਦੀ ਇਨਕਮ ਦੇ ਵਿੱਚ ਵੀ ਚੰਗਾ ਵਾਧਾ ਹੁੰਦਾ। ਜਿੱਦਾਂ ਤਰਸੇਮ ਜੀ ਨੇ ਦੱਸਿਆ, ਤੇ ਕਿਉਂਕਿ ਮੈਂ ਵੀ YouTube ਤੇ ਕਈ ਆਪਣੇ ਭਰਾਵਾਂ ਨੂੰ ਵੇਖਦਾ ਰਹਿਣਾ ਜਿਹੜੇ ਇਸ ਚੀਜ਼ ਨਾਲ ਜੁੜੇ ਹੋਏ ਆ, ਤੇ ਜਿਹੜੇ ਉਸ ਫਸਲ ਦਾ ਇੰਨਾ ਰੇਟ ਮਿਲ ਰਿਹਾ ਹੈ ਕਿ ਕਣਕ ਤੇ ਝੋਨਾ ਉਹਦੇ ਮੁਕਾਬਲੇ ਕਿਤੇ ਖੜ ਹੀ ਨਹੀਂ ਰਿਹਾ ਹੈਗਾ। ਕਈ ਗੁਣਾ ਉਸ ਤੋਂ ਜ਼ਿਆਦਾ ਸਾਨੂੰ 1 ਏਕੜ ਦੇ ਵਿੱਚੋਂ ਫਾਇਦਾ ਹੋ ਰਿਹਾ। ਸੋ ਅੱਜ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਵੀ ਇਸ ਪਾਸੇ ਕੰਮ ਕਰ ਰਹੀ ਹੈ ਕਿ ਇਹਨਾਂ ਮੋਟੇ ਅਨਾਜਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਇੱਕ ਕੀਮਤ ਤੈਅ ਕੀਤੀ ਜਾਵੇ ਤਾਂ ਜੋ ਕਿਸਾਨ ਨੂੰ ਫਾਇਦਾ ਹੋ ਸਕੇ। ਲਓ ਵੀ ਦੋਸਤੋ, ਅੱਜ ਦੀ ਇਸ ਗੱਲਬਾਤ ਤੋਂ ਸਿੱਟਾ ਇਹ ਨਿਕਲਿਆ ਕਿ ਜਿਹੜਾ ਮੋਟਾ ਅਨਾਜ ਹੈ, ਇਹ ਸਰਕਾਰ ਵੀ ਸਾਡੀ ਹੈਲਪ ਕਰਨ ਨੂੰ ਤਿਆਰ ਹੈ ਤੇ ਸਾਡੇ ਕਿਸਾਨ ਵੀ ਬਿਲਕੁਲ ਹੈਲਪ ਕਰਨ ਨੂੰ ਤਿਆਰ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੋਟੇ ਅਨਾਜ ਵੱਲ ਆਈਏ, ਕਣਕ ਤੇ ਝੋਨੇ ਦੇ ਚੱਕਰ 'ਚੋਂ ਨਿਕਲੀਏ, ਤੇ ਜਿਹੜੀ ਸਾਡੀ ਸਰਕਾਰ ਨੇ ਇਸ ਬਜਟ 'ਚ ਸਾਨੂੰ ਕਿਹਾ ਕਿ ਮੋਟਾ ਅਨਾਜ ਯੂਜ਼ ਕਰੋ, ਇਹਨੂੰ ਬਣਾਓ, ਇਹਨੂੰ ਵਰਤੋ। ਅਸੀਂ ਸਰਕਾਰ ਦੀ ਗੱਲ ਵੀ ਮੰਨੀਏ ਤੇ ਸਾਨੂੰ ਵੀ ਫਾਇਦਾ ਹੋਵੇ, ਸਾਡੀ ਸਿਹਤ ਵੀ ਠੀਕ ਰਹੇ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਬਹੁਤ ਬਹੁਤ ਜੀ।